ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ, ਕਰਣੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 35 ਸ਼ਲੋਕਾਂ ਦੀ ਵਿਚਾਰ ਆਪਾਂ ਸਰਵਣ ਕਰ ਚੁੱਕੇ ਹਾਂ। ਅੱਜ ਸ਼ਲੋਕ ਨੰਬਰ 36 ਦੀ ਵਿਚਾਰ ਕਰਾਂਗੇ। ਕਰਣੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਹੇ ਭਾਈ, ਜੋ ਕੰਮ ਕਰਨਾ ਸੀ ਉਹ ਤੂੰ ਨਹੀਂ ਕੀਤਾ, ਲੋਭ ਦੀ ਫਾਈ ਵਿੱਚ ਹੀ ਫਸਿਆ ਰਿਹਾ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਖ ਰਹੇ ਨੇ, ਸਮਾਂ ਬੀਤ ਗਿਆ ਹੈ, ਅੰਧੇ ਹੁਣ ਕਿਉਂ ਰੋਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਇਸ ਸ਼ਲੋਕ ਦੇ ਵਿੱਚ ਸਾਨੂੰ ਸੋਝੀ ਕੀ ਬਖਸ਼ ਰਹੇ ਨੇ ਕਿ ਤੂੰ ਕੁਝ ਕਰਨ ਵਾਸਤੇ ਆਇਆ ਸਾਂ, ਉਹ ਨਹੀਂ ਕੀਤਾ। ਹੁਣ ਸਮਾਂ ਲੰਘ ਗਿਆ। ਜਦੋਂ ਸਮਾਂ ਲੰਘ ਗਿਆ ਤੇ ਫਿਰ ਰੋਣ ਦਾ ਕੀ ਫਾਇਦਾ। ਹੁਣ ਕਿਉਂ ਰੋਣਾ। ਆਇਆ ਕੀ ਕਰਨ ਸੀ। ਸਤਿਗੁਰੂ ਪਾਤਸ਼ਾਹ ਮੱਲ ਕਹਿੰਦੇ ਨੇ, ਆਇਆ ਹੀ ਲਾਹਾ ਲੈਣ ਵਾਸਤੇ ਸੀ, ਪਰ ਮਾਇਆ ਦਾ ਗੋਲਾ ਬਣ ਕੇ ਜੀਵਨ ਦੀ ਖੇਡ ਹਾਰ ਜਾਂਦਾ ਹੈ। ਲਾਹੇ ਕਾਰਨ ਆਇਆ ਜੱਗ, ਹੋਏ ਮਜੂਰ ਗਿਆ ਠਗਾਏ ਠੱਗ। ਜਿਹੜਾ ਕੰਮ ਕਰਨਾ ਚਾਹੀਦਾ ਸੀ, ਗੁਰੂ ਪਾਤਸ਼ਾਹ ਮੱਲ ਕਹਿੰਦੇ ਨੇ, ਉਹਦੇ ਵਾਸਤੇ ਕਿਉਂ ਆਲਸ ਕਰਦਾ। ਜਿਹੜਾ ਕੰਮ ਕੀਤਿਆਂ ਤੇਰਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਤੇਰਾ ਮੁਖ ਉਜਲਾ ਹੋਣਾ ਸੀ, ਸਦਾ ਸੁੱਖ ਪ੍ਰਾਪਤ ਹੋਣਾ ਸੀ, ਉਹਦੇ ਵਾਸਤੇ ਆਲਸ ਕਿਉਂ। ਉਹਦੇ ਵਾਸਤੇ ਆਲਸ ਨਹੀਂ ਕਰਨਾ ਚਾਹੀਦਾ। ਆਪਣੇ ਕਾਜ ਕਉ ਕਿਉਂ ਅਲਕਾਈਐ, ਜਿਤ ਸਿਮਰਨ ਦਰਗਾਹ ਮੁਖ ਉਜਲ, ਸਦਾ ਸਦਾ ਸੁਖ ਪਾਈਐ। ਤੇ ਬੰਦਾ ਕਰਦਾ ਕੀ ਹੈ। ਬੰਦਾ ਦਾਤਾਂ ਨਾਲ ਪਿਆਰ ਕਰਦਾ ਹੈ। ਜਿਸ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਉਹਨੂੰ ਭੁੱਲ ਜਾਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਬੰਦਾ ਮੌਤ ਨੂੰ ਭੁੱਲ ਜਾਂਦਾ ਹੈ ਕਿ ਸ਼ਾਇਦ ਮੈਂ ਮਰਨਾ ਹੀ ਨਹੀਂ। ਪਰ ਸਮਾਂ ਬੀਤਦਾ ਜਾ ਰਿਹਾ। ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਸਮਾਂ ਲੰਘ ਜਾ ਰਿਹਾ, ਲੰਘਦਾ ਜਾ ਰਿਹਾ, ਲੰਘਦਾ ਜਾ ਰਿਹਾ। ਜਿਹੜਾ ਬੰਦਾ ਸਮਾਂ ਸੰਭਾਲਦਾ, ਸਫਲ ਕਰ ਲੈਂਦਾ, ਉਹੀ ਸਿਮਰਨ ਕਰ ਸਕਦਾ। ਜਿਹਨੂੰ ਕਦਰ ਹੋਵੇ ਸਮੇਂ ਦੀ ਕਿ ਇਹ ਮੈਂ ਸਫਲ ਕਰਨ ਵਾਸਤੇ ਆਇਆ, ਟਾਈਮ ਲਗਾਉਣ ਵਾਸਤੇ ਨਹੀਂ ਆਇਆ, ਸਮਾਂ ਲਗਾਉਣ ਵਾਸਤੇ ਨਹੀਂ ਆਇਆ, ਸਮਾਂ ਪਾਸ ਕਰਨ ਵਾਸਤੇ ਨਹੀਂ ਆਇਆ। ਭਾਵ ਕਿ ਆਮ ਕਹਾਵਤ ਹੈ, ਕਿਸੇ ਨੂੰ ਪੁੱਛੋ ਕੀ ਕਰ ਰਹੇ, ਬਸ ਟਾਈਮ ਪਾਸ ਕਰ ਰਹੇ ਹਾਂ। ਟਾਈਮ ਨੂੰ ਤੇ ਸਫਲ ਕਰਨਾ ਸੀ, ਸਮੇਂ ਨੂੰ ਸਫਲ ਕਰਨਾ ਸੀ। ਭਗਤ ਕਬੀਰ ਸਾਹਿਬ ਤੇ ਕਹਿੰਦੇ ਆ ਕਿ ਜੇ ਸਿਮਰਨ ਦੀ ਗੱਲ ਜੇ ਤੂੰ ਕਹਿੰਦਾ ਨਾ ਆਲਸ ਕਰ ਲਿਆ ਕਿ ਨਹੀਂ ਕੱਲ੍ਹ ਨੂੰ ਸ਼ੁਰੂ ਕਰਾਂਗੇ, ਉਹ ਅੱਜ ਹੀ ਕਰ, ਕੱਲ੍ਹ ਨਾ ਡੀਕ ਕਿ ਭੜਕੇ ਕਰਾਂਗੇ। ਭੜਕ ਨਾ ਡੀਕ, ਅੱਜ ਹੀ ਕਰ ਲੈ। ਕਿਉਂਕਿ ਜਦੋਂ ਸਿਰ ਦੇ ਉੱਤੇ ਮੌਤ ਆ ਗਈ, ਕਾਲ ਆ ਗਿਆ, ਉਦੋਂ ਫਿਰ ਕੁਝ ਵੀ ਨਹੀਂ ਹੋ ਸਕੇਗਾ। ਕਬੀਰ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ, ਪਾਸ਼ਾ ਕਛੂ ਨਾ ਹੋਏਗਾ, ਜੋ ਸਿਰ ਪਰ ਆਵੈ ਕਾਲ। ਜਦੋਂ ਸਮਾਂ ਹੋਵੇ ਕੋਲ, ਉਦੋਂ ਹੀ ਭਜਨ ਹੋ ਸਕਦਾ, ਸਿਮਰਨ ਹੋ ਸਕਦਾ ਹੈ। ਚੰਗੀ ਗੱਲ ਹੈ ਜੇ ਕਿਤੇ ਜਦੋਂ ਸਰੀਰ ਵਿੱਚ ਜਾਨ ਹੈ, ਜਦੋਂ ਸਰੀਰ ਆਪਣੀ ਕਿਰਿਆ ਆਪ ਕਰ ਸਕਦਾ, ਸੰਭਾਲ ਸਕਦਾ, ਸਾਰੇ ਕੰਮਕਾਰ ਆਪਣੇ ਹੱਥਾਂ ਨਾਲ ਕਰ ਸਕਦਾ, ਆਪਣੇ ਸਰੀਰ ਦੀ ਸਾਂਭ ਸੰਭਾਲ ਕਰ ਸਕਦਾ। ਜਦੋਂ ਗੋਡਿਆਂ ਗਿੱਟਿਆਂ ਵਿੱਚ ਜ਼ੋਰ ਹੈਗਾ, ਚੌਂਗੜਾ ਵੀ ਉਦੋਂ ਹੀ ਵੱਜਦਾ। ਜਿਹਨੇ ਜਵਾਨੀ ਵੇਲੇ ਮਾਰਿਆ ਹੋਵੇ ਨਾ, ਉਹ ਬੁਢੇਪੇ ਵੇਲੇ ਫਿਰ ਸੌਖਾ ਵੀ ਮਾਰ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਮੱਲ ਕਹਿੰਦੇ ਨੇ, ਜਦੋਂ ਸਮਾਂ ਲੰਘਾਈ ਜਾ ਰਿਹਾ ਨਾ, ਜਿਵੇਂ ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਫਿਰ ਬੁਢੇਪੇ ਵੇਲੇ ਤੇ ਪਛਤਾਵਾ ਹੀ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮੱਲ ਕਹਿੰਦੇ, ਜੇ ਹੁਣ ਨਹੀਂ ਭਜਨ ਕਰੇਗਾ ਕਦੋਂ ਕਰੇਗਾ। ਇਹ ਪ੍ਰਮਾਤਮਾ ਦਾ ਜਿਹੜਾ ਸਿਮਰਨ ਆ ਨਾ, ਜਦੋਂ ਵੇੜਾ ਲੰਘ ਗਿਆ ਫਿਰ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਮਾਲਕ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਸਮਝਾ ਰਹੇ ਨੇ ਕਿ ਸਮਿਓ ਰਮ ਗਇਓ। ਜਦੋਂ ਸਮਾਂ ਰਮਤਾ ਹੋ ਗਿਆ,
ਸਮਾਂ ਕੀ ਹੈ? ਕੁਝ ਸਮੇਂ ਦਾ, ਭਾਵ ਕਿ ਕੁਝ ਘੜੀਆਂ, ਕੁਝ ਦਿਨ, ਕੁਝ ਮਹੀਨੇ, ਕੁਝ ਸਾਲ, ਸਮੇਂ ਦਾ ਜਿਹੜਾ ਸੰਗ੍ਰਹਿ ਵਾ ਇਸ ਨੂੰ ਜੀਵਨ ਕਹਿੰਦੇ ਨੇ। ਹੋਰ ਜੀਵਨ ਕੀ ਹੈ? ਇੱਕ ਸਮੇਂ ਦਾ ਸੰਗ੍ਰਹਿ ਜੀਵਨ ਹੈ। ਕਿਸੇ ਦੇ ਕੋਲ ਲੰਬਾ ਵਾ, ਕਿਸੇ ਦੇ ਕੋਲ ਛੋਟਾ ਹੈ, ਅਤੇ ਕਈਆਂ ਕੋਲ ਛੋਟਾ ਵੀ ਜੀਵਨ ਹੁੰਦਾ ਵਾ, ਸਮੇਂ ਦਾ ਸੰਗ੍ਰਹਿ ਛੋਟਾ ਵੀ ਹੁੰਦਾ, ਉਹ ਆਪਣਾ ਜਿਹੜਾ ਵਾ ਉਹ ਸਫਲ ਕਰ ਜਾਂਦੇ ਨੇ। ਕਈਆਂ ਕੋਲ ਸਮੇਂ ਦਾ ਸੰਗ੍ਰਹਿ ਬੜਾ ਲੰਬਾ ਹੁੰਦਾ, ਜੀਵਨ ਬੜਾ ਲੰਬਾ ਹੁੰਦਾ, ਪਰ ਉਹ ਕੁਝ ਵੀ ਇੱਥੋਂ ਖੱਟ ਕੇ ਨਹੀਂ ਜਾਂਦੇ। ਸਿਮਰਨ ਜੇ ਹੁਣ ਨਹੀਂ ਕੀਤਾ ਜਾਵੇਗਾ, ਬਾਅਦ ਵਿੱਚ ਕਦੋਂ ਹੋਵੇਗਾ? ਜਦੋਂ ਅੰਤ ਆ ਗਿਆ ਨਾ, ਉਦੋਂ ਨਹੀਂ ਭਜਨ ਕੀਤਾ ਜਾਵੇਗਾ। ਜੇ ਕਿਤੇ ਸਿਮਰਨ ਕਰਨ ਦਾ ਜੋ ਕਰਨਾ ਹੀ ਪੈਣਾ ਵਾ, ਉਹ ਹੁਣੇ ਹੀ ਕਰਨਾ ਚਾਹੀਦਾ ਵਾ। ਜਦੋਂ ਫਿਰ ਸਮਾਂ ਲੰਘ ਗਿਆ, ਫਿਰ ਪਛਤਾਵਾ ਹੀ ਪੱਲੇ ਪਵੇਗਾ, ਫਿਰ ਕੁਝ ਨਹੀਂ ਹੋਵੇਗਾ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੋ ਕਿਛ ਕਰਹਿ ਸੋਈ ਅਬਸਾਰ, ਫਿਰ ਪਛਤਾਹੋ ਨਾ ਪਾਵੋ ਪਾਰ। ਬਾਅਦ ਵਿੱਚ ਤੇ ਪਛਤਾਵਾ ਹੀ ਪੱਲਿਆ। ਪਰ ਮਨੁੱਖ ਜਿਹੜਾ ਇਹਦੇ ਲਾਭ ਦਾ ਸੌਦਾ ਹੁੰਦਾ ਨਾ, ਆਤਮਿਕ ਜੀਵਨ ਦੇ ਲਾਭ ਵਾਲਾ ਸੌਦਾ ਹੁੰਦਾ, ਉੱਧਰੋਂ ਇਹ ਢਿੱਲਾ ਰਹਿੰਦਾ ਹੈ, ਆਲਸ ਕਰਦਾ ਹੈ। ਜਿਹੜਾ ਘਾਟੇ ਵਾਲਾ ਸੌਦਾ ਉੱਧਰ ਨੂੰ ਬੜੀ ਜਲਦੀ ਦੌੜਦਾ। ਸਸਤਾ ਸੌਦਾ ਨਹੀਂ ਲੈਂਦਾ, ਵਕਾਰਾਂ ਦੇ ਕਰਜ਼ੇ ਨਾਲ ਵੱਝਾ ਪਿਆ, ਵਕਾਰਾਂ ਦੇ ਕਰਜ਼ੇ ਥੱਲੇ ਆ ਜਾਂਦਾ ਹੈ, ਉਸ ਨਾਲ ਵੱਝਾ ਪਿਆ। ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਸਸਤ ਵਖਰ ਤੂੰ ਘਿਨੈ ਨਾਹੀਂ, ਪਾਪੀ ਵਾਧਾ ਰੇ ਨਾਇਆ। ਜਿਹੜੀ ਅਸਲ ਸੌਦਾ ਸੀ ਨਾ, ਉਹ ਖਰੀਦਣਾ ਸੀ, ਉਹ ਨਹੀਂ ਖਰੀਦਦਾ। ਜਿਹੜਾ ਸੌਦਾ ਖਰੀਦਣਾ ਨਹੀਂ ਸੀ, ਉਹਨੂੰ ਖਰੀਦ ਰਿਹਾ। ਜਿਹੜਾ ਖਰੀਦਣਾ ਚਾਹੀਦਾ ਸੀ, ਉਹਦੇ ਵੱਲ ਨਹੀਂ ਜਾਂਦਾ। ਜਿਹੜਾ ਇਹਦੇ ਲਾਭ ਵਾਲਾ ਸੌਦਾ ਸੀ, ਉਸ ਪਾਸਿਓਂ ਇਹਨੇ ਢਿੱਲ ਕੀਤੀ ਹੋਈ ਆ। ਜਿਹੜਾ ਘਾਟੇ ਵਾਲਾ ਸੀ, ਉੱਧਰ ਨੂੰ ਜ਼ਿਆਦਾ ਭੱਜਦਾ ਹੈ। ਸਤਿਗੁਰੂ ਪਾਤਸ਼ਾਹ ਮਾਲਕ ਸਾਨੂੰ ਇਸ ਸਲੋਕ ਵਿੱਚ 36 ਨੰਬਰ ਸਲੋਕ ਵਿੱਚ ਇਹ ਕਿਰਪਾ ਕਰਕੇ ਸਮਝਾ ਰਹੇ ਨੇ ਕਿ ਜੋ ਕੰਮ ਕਰਨਾ ਚਾਹੀਦਾ ਸੀ, ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਲੋਭ ਦੀ ਫਾਹੀ ਵਿੱਚ ਹੀ ਫਸਿਆ ਰਿਹਾ। ਕਿ ਆ ਵੀ ਚੀਜ਼ ਮੇਰੇ ਕੋਲ ਆ ਜੇ, ਲੋਭ ਦੀ ਫਾਹੀ ਤੇਰੇ ਗਲ ਵਿੱਚ ਪਈ ਹੋਈ ਆ। ਇਸ ਸਲੋਕ ਦੀ ਵਿਚਾਰ ਨੂੰ ਸਮਝਾਉਣ ਵਾਸਤੇ ਸਿੱਖ ਕੌਮ ਦੇ ਮਹਾਨ ਕਥਾਵਾਚਕ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਨੇ ਇੱਕ ਬੜੀ ਵਧੀਆ ਲੋਕ ਗਾਥਾ ਲਿਖੀ ਹੈ। ਉਹ ਲਿਖਦੇ, ਕਹਿੰਦੇ ਕਿ ਇੱਕ ਘਰ ਵਿੱਚ ਕਿਰਤੀ ਸਨ, ਰੋਜ਼ਾਨਾ ਕਮਾਉਂਦੇ ਸਨ ਅਤੇ ਰੋਜ਼ਾਨਾ ਹੀ ਉਹਨਾਂ ਖਾਂਦੇ ਸਨ। ਕੰਮ ਕਰਕੇ ਆਉਂਦੇ ਸਨ, ਪ੍ਰਸ਼ਾਦਾ ਛਕਦੇ ਸਨ, ਬੜੇ ਖੁਸ਼ ਹੁੰਦੇ ਸਨ। ਨਜ਼ਦੀਕ ਗਵਾਂਢ ਪਰਿਵਾਰ ਸੀ, ਬੜਾ ਉਹਨਾਂ ਦੇ ਕੋਲ ਪੈਸਾ ਸੀ, ਪਰ ਘਰ ਵਿੱਚ ਕਲੇਸ਼ ਵੀ ਸੀ, ਲੜਾਈ ਪਈ ਰਹਿੰਦੀ ਸੀ। ਪੈਸਾ ਕੋਲ ਹੈਗਾ ਸੀ, ਪਰ ਖਾਣ ਦਾ ਸਮਾਂ ਨਹੀਂ ਸੀ ਹੈਗਾ। ਅਤੇ ਇੱਕ ਦਿਨ ਕਹਿੰਦੇ ਉਹਨਾਂ ਦੇ ਘਰ ਕੋਈ ਮਹਿਮਾਨ ਆਇਆ। ਉਹ ਮਹਿਮਾਨ ਨੂੰ ਕਹਿਣ ਲੱਗੇ, ਕਹਿੰਦੇ ਵੀ ਗੁਆਂਢੀ ਸਾਡੇ ਨਾਲੋਂ 100 ਦਰਜੇ ਸੁਖੀ ਆ, ਉਹ ਮਜ਼ਦੂਰੀ ਕਰਦੇ ਆ, ਪਰ ਸਾਡੇ ਘਰ ਕਹਿੰਦੇ ਵੀ ਬੜਾ ਉਹਨਾਂ ਦੇ ਘਰ ਵਿੱਚ ਬੜੀਆਂ ਖੁਸ਼ੀਆਂ ਅਤੇ ਖੇੜੇ ਆ, ਪਰ ਸਾਡੇ ਘਰ ਵਿੱਚ ਦੁੱਖ ਹੀ ਦੁੱਖ ਹੈ। ਸਾਡੇ ਘਰ ਵਿੱਚ ਕੋਈ ਖੁਸ਼ੀ ਨਹੀਂ, ਸਾਡੇ ਕੋਲ ਧਨ ਵੀ ਹੈਗਾ ਵਾ, ਪਰ ਖੁਸ਼ੀ ਕੋਈ ਨਹੀਂ। ਮਹਿਮਾਨ ਨੂੰ ਇੱਕ ਮਜ਼ਾਕ ਸੁਝਾ, ਕਹਿਣ ਲੱਗਾ, ਥੋੜ੍ਹਾ ਜਿਹਾ ਖਰਚ ਕਰਨਾ ਪਵੇਗਾ, ਤੁਹਾਡੇ ਵਾਲਾ ਹਾਲ ਹੋ ਜਾਵੇਗਾ ਉਹਨਾਂ ਦਾ ਵੀ। ਕਹਿੰਦੇ ਕਿੰਨਾ ਕੁ? ਕਹਿੰਦਾ 99 ਰੁਪਈਏ। ਇਹਨਾਂ ਨੇ 99 ਰੁਪਈਏ ਦੇ ਦਿੱਤੇ। ਉਸ ਮਹਿਮਾਨ ਨੇ ਉਹਨਾਂ ਦੇ ਘਰ ਸੁੱਟ ਦਿੱਤੇ। ਉਹ ਮਜ਼ਦੂਰੀ ਕਰਨ ਵਾਲੇ ਜਿਹੜੇ ਬੰਦੇ ਸਨ, ਜਦੋਂ ਆਣ ਕੇ ਵੇਖੇ 99 ਰੁਪਈਏ ਸਿੱਕੇ ਗਿਣੇ, ਅਤੇ ਇੱਕਦਮ ਹੋਰ ਤਰ੍ਹਾਂ ਹੋ ਗਏ ਕਿ ਇੰਨੇ ਪੈਸੇ ਕਿੱਥੋਂ ਆ ਗਏ। ਫਿਰ ਮਨ ਵਿੱਚ ਪਛਤਾਵਾ ਆ ਗਿਆ। ਕਹਿੰਦੇ ਜੇ ਕਿਤੇ 100 ਹੁੰਦੇ ਤੇ ਘਰ ਦੇ ਜਿਹੜੇ ਉਹ 4 ਪੈਸੇ ਕਮਾ ਕੇ ਲਿਆ ਕੇ ਰੋਟੀ ਖਾਂਦੇ ਸਨ, ਉਹ ਦਿਨ ਫਿਰ ਰੋਟੀ ਨਹੀਂ ਖਾਧੀ। ਉਹ 4 ਪੈਸੇ ਜਿਹੜੇ ਸੀ ਉਹ ਕੋਲ ਰੱਖ ਲਏ। ਘਰ ਦਾ ਮੁਖੀ ਕਹਿਣ ਲੱਗਾ, ਇਹ ਅੱਜ ਰੋਟੀ ਨਾ ਖਾਈਏ, ਪੈਸੇ ਜੋੜ ਕੇ ਜਿਹੜਾ ਵਾ ਨਾ ਉਹ ਪੂਰਾ 100 ਕਰ ਲਈਏ। ਉਹ ਮਹਿਮਾਨ ਕਹਿਣ ਲੱਗਾ, ਕਹਿੰਦਾ ਲਓ, ਜਿਹੜੀ ਬਿਮਾਰੀ ਤੁਹਾਡੇ ਘਰ ਸੀ ਮੈਂ ਉਹਨਾਂ ਦੇ ਘਰ ਪਾ ਦਿੱਤੀ ਹੈ, ਉਹਨਾਂ ਦਾ ਵੀ ਹਾਲ ਤੁਹਾਡੇ ਵਾਲਾ ਹੋ ਗਿਆ। ਜਦੋਂ 4 ਪੈਸੇ ਕਮਾ ਕੇ ਲਿਆਉਂਦੇ ਸਨ ਉਦੋਂ ਬੜੇ ਸੁਖੀ ਸਨ, ਜਦੋਂ ਲਾਲਚ ਬਣ ਗਿਆ ਨਾ ਕਿ 99 ਤੋਂ 100 ਬਣ ਜਾਵੇ, ਉਦੋਂ ਉਹ ਦੁਖੀ ਹੋ ਗਏ। ਬੰਦਾ ਲੋਭ ਦਾ ਜਿਹੜਾ ਫੰਦਾ ਵਾ ਨਾ ਮਨੁੱਖ ਦੇ ਗਲ ਵਿੱਚ ਪਿਆ ਹੋਇਆ ਕਿ ਇੰਨੇ ਕੁ ਮੇਰੇ ਕੋਲ ਹੋਰ ਹੋ ਜਾਣ, ਮੇਰੀ ਹੋਰ ਮਾਇਆ ਵਰ ਜਾਵੇ, ਹੋਰ ਜਾਇਦਾਦ ਵਰ ਜਾਵੇ। ਲੋਭ ਦਾ ਫੰਦਾ ਇਹਦੇ ਗਲ ਵਿੱਚ ਪਿਆ ਹੋਇਆ ਵਾ। ਸਤਿਗੁਰੂ ਪਾਤਸ਼ਾਹ ਮਾਲਕ ਕਹਿੰਦੇ ਨੇ, ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ। ਕਿ ਜਦੋਂ ਸਮਾਂ ਲੰਘ ਗਿਆ ਨਾ, ਸਮਾਂ ਬੀਤ ਗਿਆ ਵਾ, ਉਦੋਂ ਫਿਰ ਅਗਿਆਨੀ ਮਨੁੱਖ ਕਿਉਂ ਰੋਣਾ? ਉਦੋਂ ਰੋਣ ਦਾ ਕੋਈ ਫਾਇਦਾ ਨਹੀਂ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇਹ ਸਲੋਕ ਸਮਝਾ ਰਹੇ ਨੇ ਕਿ ਕੁਝ ਕਰਨ ਦਾ ਵੇਲਾ ਹੈ,
ਕਰ ਲੈ, ਜੇ ਤੂੰ ਨਹੀਂ ਕੀਤਾ ਲੋਭ ਦੇ ਮਗਰ ਲੱਗ ਕੇ, ਜੇ ਲੋਭ ਦੇ ਅਧੀਨ ਹੋ ਗਏ ਹੋ, ਲਾਲਚ ਵਿੱਚ ਪਿਆ ਰਹੇ ਹੋ, ਨਹੀਂ ਕੀਤਾ, ਜਦੋਂ ਸਮਾਂ ਲੰਘ ਗਿਆ ਨਾ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇਸ ਸਲੋਕ ਵਿੱਚ ਇਹੋ ਜਿਹੀ ਬਖਸ਼ ਰਹੇ ਨੇ ਕਿ ਪ੍ਰਾਣੀ ਤੂੰ ਲਾਹਾ ਲੈਣ ਵਾਸਤੇ ਆਇਆ, ਮੈਂ ਸਿਮਰਨ ਕਰਨ ਵਾਸਤੇ ਆਇਆ, ਪਰਮਾਤਮਾ ਦੀ ਬੰਦਗੀ ਕਰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸਲੋਕ ਦੀ ਵਿਚਾਰ ਕਰਦਿਆਂ ਦਾਸ ਪਾਸੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫੀ ਦੇ ਕੇ ਪਿਆਰ ਨਾਲ ਫਤਿਹ ਦੀ ਸਾਂਝ ਕਰਿਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।